Hello friends, today's topic is determinants of demand or demand function. So it shows the relationship between demand and various factors affecting demand. ਕਹਿੰਦੇ ਜੋ ਆਪਣੇ ਕੋਲੇ ਇਸ ਦੇ ਡਿਟਰਮੀਨੈਂਟਸ ਨੇ ਆਪਾਂ ਨੂੰ ਕੀ ਸ਼ੋ ਕਰ ਰਹੇ ਨੇ, ਰਿਲੇਸ਼ਨਸ਼ਿਪ ਸ਼ੋ ਕਰ ਰਹੇ ਨੇ ਡਿਮਾਂਡ ਦੇ ਵਿੱਚ ਤੇ ਇਸ ਦੇ ਜਿਹੜੇ ਇਹਨੂੰ ਇਫੈਕਟ ਕਰਦੇ ਨੇ ਓਵਲ ਇਫੈਕਟਰ ਦੇ ਵਿੱਚ ਰਿਲੇਸ਼ਨਸ਼ਿਪ ਦੱਸ ਰਿਹਾ ਹੈ। ਬਟ ਇਹ ਫੈਕਟਰਸ ਕਿਹੜੇ ਕਿਹੜੇ ਨੇ ਦੇਖੋ, ਜਿਵੇਂ dx ਇਜ਼ ਇਕੁਅਲ ਟੂ ਫੰਕਸ਼ਨ ਆਫ px pr y t e p और yd ਵੀ ਜੋ ਡਿਮਾਂਡ ਆਫ x ਕਮੋਡਿਟੀ ਹੈ ਉਹ ਕਿਹੜੇ ਕਿਹੜੇ ਫੈਕਟਰਸ ਤੋਂ ਇਫੈਕਟ ਹੁੰਦੀ ਹੈ, ਮਤਲਬ ਕਿਹਦਾ ਫੰਕਸ਼ਨ ਹੈ ਉਹ px ਦਾ ਮਤਲਬ ਹੁੰਦਾ ਪ੍ਰਾਈਸ ਆਫ ਓਨ ਕਮੋਡਿਟੀ, ਠੀਕ ਹੈ। pr ਦਾ ਮਤਲਬ ਕੀ ਹੈ, ਪ੍ਰਾਈਸ ਆਫ ਰਿਲੇਟਡ ਗੁਡਸ। y ਦਾ ਮਤਲਬ ਹੈਗਾ ਇਨਕਮ ਆਫ ਕੰਜ਼ਿਊਮਰ। t ਮੀਨਸ ਟੇਸਟ ਐਂਡ ਪ੍ਰੈਫਰੈਂਸ, e ਮੀਨਸ ਐਕਸਪੈਕਟੇਸ਼ਨਸ, p ਮੀਨਸ ਸਾਈਜ਼ ਆਫ ਪੋਪੂਲੇਸ਼ਨ, yd ਮੀਨਸ ਡਿਸਟ੍ਰੀਬਿਊਸ਼ਨ ਆਫ ਇਨਕਮ। ਇਹ ਆਪਣੇ ਕੋਲੇ ਆਲ ਫੈਕਟਰਸ ਨੇ ਜੋ ਡਿਮਾਂਡ ਨੂੰ ਇਫੈਕਟ ਕਰ ਰਹੇ ਨੇ, ਠੀਕ ਹੈ ਜੀ। ਸੋ ਆਪਾਂ ਇਹ ਸਾਰੇ ਫੈਕਟਰਸ ਦੀ ਜੋ ਅੱਗੇ ਡਿਟੇਲ ਹੈ ਉਹ ਪੜ੍ਹ ਰਹੇ ਹਾਂ। ਫਸਟ ਹੈਗਾ ਪ੍ਰਾਈਸ ਆਫ ਓਨ ਕਮੋਡਿਟੀ। ਪ੍ਰਾਈਸ ਆਫ ਓਨ ਕਮੋਡਿਟੀ ਆਪਣੇ ਕੋਲ ਕਿਹੜੀ ਹੁੰਦੀ ਹੈ, ਮਤਲਬ ਉਹ ਵਾਲੀ ਪ੍ਰਾਈਸ ਜੋ ਕਮੋਡਿਟੀ ਨੂੰ ਇਫੈਕਟ ਕਰ ਰਹੀ ਹੈ, ਠੀਕ ਹੈ। ਉਹ ਵਾਲੀ ਪ੍ਰਾਈਸ ਦੇ ਵਿੱਚ ਐਂਡ ਡਿਮਾਂਡ ਦੇ ਵਿੱਚ ਜੋ ਰਿਲੇਸ਼ਨਸ਼ਿਪ ਹੈ ਉਹ ਆਪਣੇ ਕੋਲ ਕਿਹੜਾ ਰਿਲੇਸ਼ਨਸ਼ਿਪ ਹੈ, ਇਨਵਰਸ ਰਿਲੇਸ਼ਨਸ਼ਿਪ, ਠੀਕ ਹੈ ਜੀ। ਸੋ ਦੇਖੋ ਇਹਦੇ ਵਿੱਚ ਅਦਰ ਡਿਟਰਮੀਨੈਂਟਸ ਆਪਾਂ ਕੌਨਸਟੈਂਟ ਲੈ ਲੈਂਦੇ ਹਾਂ, ਸਿਰਫ ਇਹਦੇ ਵਿੱਚ ਆਪਾਂ ਕੀ ਸ਼ੋ ਕਰਦੇ ਹਾਂ, ਇਨਵਰਸ ਰਿਲੇਸ਼ਨਸ਼ਿਪ ਸ਼ੋ ਕਰ ਰਹੇ ਹਾਂ ਕਿਹਦੇ ਵਿੱਚ, ਪ੍ਰਾਈਸ ਦੇ ਵਿੱਚ ਐਂਡ ਡਿਮਾਂਡ ਦੇ ਵਿੱਚ। ਸੋ ਅਗਰ ਰਾਈਜ਼ ਇਨ ਓਨ ਪ੍ਰਾਈਸ ਆਫ ਕਮੋਡਿਟੀ ਦੈਨ ਕੰਟਰੈਕਟ ਆਫ ਡਿਮਾਂਡ, ਠੀਕ ਹੈ। ਸੋ ਆਪਣੇ ਕੋਲੇ ਓਨ ਪ੍ਰਾਈਸ ਆਫ ਕਮੋਡਿਟੀ ਦਾ ਫੈਕਟਰ ਹੈ ਜੋ ਆਪਣੇ ਕੋਲੇ ਡਿਮਾਂਡ ਨੂੰ ਇਫੈਕਟ ਕਰ ਰਿਹਾ ਹੈ। ਸੈਕਿੰਡ ਪ੍ਰਾਈਸ ਆਫ ਰਿਲੇਟਡ ਗੁਡਸ। ਹੁਣ ਪ੍ਰਾਈਸ ਆਫ ਰਿਲੇਟਡ ਗੁਡਸ ਹੈ ਕਿਵੇਂ ਇਫੈਕਟ ਕਰੂਗਾ ਡਿਮਾਂਡ ਨੂੰ। ਪ੍ਰਾਈਸ ਆਫ ਰਿਲੇਟਡ ਗੁਡਸ ਨੇ ਇਹ ਆਪਣੇ ਕੋਲ ਕੀ ਹੈ, ਕਹਿੰਦੇ ਕਮੋਡਿਟੀ ਡਿਪੈਂਡਸ ਓਨਲੀ ਇਟਸ ਓਨ ਪ੍ਰਾਈਸ ਬਟ ਆਲਸੋ ਅਪੋਨ ਦੀ ਪ੍ਰਾਈਸ ਆਫ ਰਿਲੇਟਡ ਗੁਡਸ। ਹੁਣ ਰਿਲੇਟਡ ਗੁਡਸ ਨੇ ਆਪਣੇ ਕੋਲ ਟੂ ਟਾਈਪਸ ਦੀਆਂ ਨੇ, ਸਬਸਟੀਟਿਊਟ ਗੁਡਸ ਐਂਡ ਕੰਪਲੀਮੈਂਟਰੀ ਗੁਡਸ। ਸਬਸਟੀਟਿਊਟ ਗੁਡਸ ਕਿਹੜੀਆਂ ਹੁੰਦੀਆਂ ਨੇ, ਕਹਿੰਦੇ ਸਬਸਟੀਟਿਊਟ ਗੁਡਸ ਆਰ ਦੋਜ਼ ਗੁਡਸ which can be substitute for each other such as tea and coffee। ਕਹਿੰਦੇ ਸਬਸਟੀਟਿਊਟ ਗੁਡਸ ਉਹ ਵਾਲੀਆਂ ਗੁਡਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਇੱਕ ਦੂਸਰੇ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ, ਲਾਈਕ ਟੀ ਐਂਡ ਕੌਫੀ ਹੈ ਜਾਂ ਫਿਰ ਕੋਈ ਕੋਲਡ ਡਰਿੰਕਸ ਨੇ, ਕੋਕਾ ਕੋਲਾ ਪੈਪਸੀ ਵਗੈਰਾ, ਠੀਕ ਹੈ। ਇਹ ਵੀ ਆਪਣੇ ਕੋਲ ਕੀ ਨੇ, ਸਬਸਟੀਟਿਊਟ ਗੁਡਸ ਨੇ ਜਿਨ੍ਹਾਂ ਨੂੰ ਆਪਾਂ ਇੱਕ ਦੂਸਰੇ ਦੀ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ। ਲਾਈਕ ਆਪਾਂ ਇਹਦੇ ਵਿੱਚ ਇਹ ਵੀ ਕਹਿ ਸਕਦੇ ਕਹਿੰਦੇ ਇਫ ਪ੍ਰਾਈਸ ਆਫ ਵਨ ਗੁੱਡ, ਅਗਰ ਆਪਾਂ ਕਹਿ ਦਈਏ ਵੀ ਪ੍ਰਾਈਸ ਆਫ ਵਨ ਗੁੱਡ, ਲਾਈਕ ਆਪਾਂ ਕਹਿ ਦਈਏ ਟੀ ਦੀ ਪ੍ਰਾਈਸ ਇਨਕਰੀਜ਼ ਹੋ ਜਾਂਦੀ ਹੈ, ਦੈਨ ਡਿਮਾਂਡ ਫॉर ਸਬਸਟੀਟਿਊਟ ਗੁੱਡਸ ਲਾਈਕ ਕੌਫੀ ਇਜ਼ ਆਲਸੋ ਇਨਕਰੀਜ਼। ਕਹਿਣ ਦਾ ਮਤਲਬ ਕੀ ਹੈ ਵੀ ਅਗਰ ਟੀ ਦੀ ਜਿਹੜੀ ਪ੍ਰਾਈਸ ਹੈ ਇਨਕਰੀਜ਼ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਕੀ ਹੈ, ਕੌਫੀ ਦੀ ਡਿਮਾਂਡ ਇਨਕਰੀਜ਼ ਹੋ ਜਾਏਗੀ। ਇਹਦਾ ਮਤਲਬ ਇਹਦੇ ਵਿੱਚ ਦੋਨੋਂ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੈ, ਜੋ ਆਪਣੇ ਕੋਲ ਸਬਸਟੀਟਿਊਟ ਗੁਡਸ ਨੇ ਉਹਨਾਂ ਦੋਨਾਂ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਬਣਦਾ ਹੈ, ਠੀਕ ਹੈ। ਸੈਕਿੰਡ ਹੈ ਕੰਪਲੀਮੈਂਟਰੀ ਗੁਡਸ। ਕੰਪਲੀਮੈਂਟਰੀ ਗੁਡਸ ਕਿਹੜੀਆਂ ਹੁੰਦੀਆਂ ਨੇ, ਕਹਿੰਦੇ ਆਰ ਦੋਜ਼ ਗੁਡਸ ਵਿਚ ਕੰਪਲੀਟ ਦੀ ਡਿਮਾਂਡ ਫॉर ਈਚ ਅਦਰ ਸੱਚ ਐਜ਼ ਕਾਰ ਐਂਡ ਪੈਟਰੋਲ। ਕਹਿੰਦੇ ਕੰਪਲੀਮੈਂਟਰੀ ਗੁਡਸ ਉਹ ਵਾਲੀਆਂ ਹੁੰਦੀਆਂ ਨੇ ਜੋ ਮਿਲ ਕੇ ਡਿਮਾਂਡ ਨੂੰ ਕੰਪਲੀਟ ਕਰਦੀਆਂ ਨੇ, ਜਿਵੇਂ ਕਾਰ ਅਤੇ ਪੈਟਰੋਲ, ਮਤਲਬ ਪੈਟਰੋਲ ਤੋਂ ਬਿਨਾਂ ਜਿਵੇਂ ਕਾਰ ਨਹੀਂ ਚੱਲ ਸਕਦੀ, ਮਤਲਬ ਦੋਨੋਂ ਮਿਲ ਕੇ ਹੀ ਡਿਮਾਂਡ ਨੂੰ ਕੰਪਲੀਟ ਕਰ ਰਹੀਆਂ ਨੇ, ਠੀਕ ਹੈ। ਇਹਨਾਂ ਦੇ ਵਿੱਚ ਜੋ ਰਿਲੇਸ਼ਨ ਪਾਇਆ ਜਾਂਦਾ ਹੈ ਉਹ ਕੀ ਹੈ, ਆਪਣੇ ਕੋਲੇ ਇਨਵਰਸ ਰਿਲੇਸ਼ਨ ਪਾਇਆ ਜਾਂਦਾ ਹੈ। ਜਿਵੇਂ ਸਪੋਜ਼ ਕਰ ਲਓ ਅਗਰ ਕਹਿੰਦੇ ਇਨਕਰੀਜ਼ ਇਨ ਪ੍ਰਾਈਸ ਆਫ ਕਾਰ ਦੈਨ ਡਿਮਾਂਡ ਫॉर ਪੈਟਰੋਲ ਇਜ਼ ਗੋਜ਼ ਡਾਊਨ। ਅਗਰ ਕਹਿੰਦੇ ਆਪਣੇ ਕੋਲੇ ਕਾਰ ਦੀ ਜੋ ਪ੍ਰਾਈਸ ਹੈ ਇਨਕਰੀਜ਼ ਹੋ ਜਾਂਦੀ ਹੈ ਤਾਂ ਪੈਟਰੋਲ ਦੀ ਜੋ ਡਿਮਾਂਡ ਹੈ ਉਹ ਡਿਕਰੀਜ਼ ਹੋ ਚੁੱਕੀ। ਇਹਦਾ ਮਤਲਬ ਇਨਵਰਸ ਰਿਲੇਸ਼ਨ ਸ਼ੋ ਕਰ ਰਿਹਾ ਹੈ। ਇਹਦਾ ਮਤਲਬ ਕੀ ਹੈ, ਜੋ ਕੰਪਲੀਮੈਂਟਰੀ ਗੁਡਸ ਨੇ ਉਹ ਵੀ ਕਿਸੇ ਨਾ ਕਿਸੇ ਟਾਈਪ ਦੇ ਨਾਲ ਇਫੈਕਟ ਕਰਦੀਆਂ ਨੇ ਡਿਮਾਂਡ ਨੂੰ। ਅੱਗੇ ਥਰਡ ਹੈਗਾ ਇਨਕਮ ਆਫ ਕੰਜ਼ਿਊਮਰ।
ਇਨਕਮ ਆਫ ਕੰਜ਼ਿਊਮਰ ਆਪਾਂ ਨੂੰ ਕੀ ਸ਼ੋ ਕਰਦਾ ਹੁੰਦਾ, ਇਹਦੇ ਵਿੱਚ ਆਪਾਂ ਕੀ ਸ਼ੋ ਕਰਦੇ ਹੁੰਦੇ ਆ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕੰਜ਼ਿਊਮਰ ਦੀ ਇਨਕਮ ਔਰ ਡਿਮਾਂਡ ਦੋਨਾਂ ਦੇ ਵਿੱਚ ਪੋਜ਼ਿਟਿਵ ਰਿਲੇਸ਼ਨ ਪਾਇਆ ਜਾਂਦਾ ਹੈ। ਸੋ ਕਹਿੰਦੇ ਦੇयर इज़ पॉजिटिव रिलेशनशिप बिटवीन इनकम ऑफ कंज्यूमर एंड इट्स डिमांड। ठीक है, अगर कंज्यूमर की इनकम इनक्रीज़ हो जाती है दैन डिमांड भी इनक्रीज़ हो जाती है। ठीक है, सो ये कुछ इन्होंने रिलेशनशिप दसिया इनकम तो कंज्यूमर का जो आप इनकम ऑफ कंज्यूमर एंड डिमांड का आप कह सकते हैं। ये विद कहती रैफरेंस ऑफ नॉर्मल गुड्स, इनफीरियर गुड्स एंड नसैसरीज ऑफ लाइफ। 3 टाइप्स के गुड्स के अलग अलग दिता हुआ है। जिमें नॉर्मल गुड्स किहड़ियां हुंदियां ने, कहंदे यार दोज गुड्स विच दी डिमांड फॉर विच टेंड्स टू इनक्रीज़ विद फॉलोइंग इनक्रीज़ इन कंज्यूमर इनकम। ये की है, कहंदे जिमें कंज्यूमर की इनकम इनक्रीज़ होंदी है तो इन्हां दी डिमांड भी इनक्रीज़ हो जाती है। नॉर्मल गुड्स ने भी अगर अपनी इनकम ज़्यादा है तो आप इन्होंने ज़्यादा खरीद लाँगे, अगर इनकम घट है तो घट खरीद लाँगे। सैकेंड की है अपने को इनफीरियर गुड्स। ठीक है, इनफीरियर गुड्स के विच की हुंदा है, ये अपने कोल की हुंदा है जिवें जिवें कंज्यूमर की इनकम इनक्रीज़ होंदी है दैन इन्हां दी जो डिमांड है वो की हो जाती है, डिक्रीज़ हो जाती है। इन्हां विच यूनिवर्सल रिलेशनशिप पाया जाता है। थर्ड जो अपने कोल नसैसरीज़ ने, इन्हां दे विच की है, इन्हां दे विच आपां कोई भी इफैक्ट शो नहीं करते। कहण दा मतलब की है, नसैसरीज़ ऑफ लाइफ के विच ਇਹਦਾ ਮਤਲਬ ਇਹ ਹੁੰਦਾ ਹੈ ਵੀ ਲਾਈਕ ਜਿਵੇਂ ਸੌਲਟ ਹੈ, ਮੈਚ ਬਾਕਸ ਨੇ, ਇਹ ਆਪਣੇ ਕੋਲ ਨਸੈਸਰੀਜ਼ ਨੇ ਲਾਈਫ ਦੀਆਂ। ਹੁਣ ਅਗਰ ਆਪਣੀ ਇਨਕਮ ਇਨਕਰੀਜ਼ ਵੀ ਹੋ ਜਾਂਦੀ ਹੈ ਤਾਂ ਵੀ ਇਹਨਾਂ ਦੀ ਡਿਮਾਂਡ ਇਨਕਰੀਜ਼ ਨਹੀਂ ਹੁੰਦੀ, ਮਤਲਬ ਇਹਨਾਂ ਦਾ ਡਿਮਾਂਡ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ। ਠੀਕ ਹੈ ਜੀ, ਇਹ ਸੀਗਾ ਆਪਣੇ ਕੋਲੇ 3 ਟਾਈਪ ਦੀਆਂ ਗੁੱਡਸ ਦੇ ਅਕੋਰਡਿੰਗ ਕੰਜ਼ਿਊਮਰ ਦੀ ਇਨਕਮ ਦਾ ਇਹਨਾਂ ਦੇ ਉੱਪਰ ਕੀ ਇਫੈਕਟ ਪੈਂਦਾ ਆਪਾਂ ਨੇ ਉਹ ਦੱਸਿਆ। ਅੱਗੇ ਆਪਣੇ ਕੋਲ ਟੇਸਟ ਐਂਡ ਪ੍ਰੈਫਰੈਂਸ ਆ ਜਾਂਦਾ ਹੈ। ਹੁਣ ਟੇਸਟ ਐਂਡ ਪ੍ਰੈਫਰੈਂਸ ਕਿਵੇਂ ਹੈ, ਹੁਣ ਕਹਿੰਦੇ ਜਿਵੇਂ ਦੀ डिमांड फॉर एनी गुड्स एंड सर्विसेज डिपेंड्स अपॉन टेस्ट एंड प्रैफरेंस। सो लाइक जिवें कोई फैशन है, हैबिट, कस्टम वगैरह। ठीक है, जिमें भी आप यूज़ कर रहे हैं इन्हां दा इफैक्ट है जिहड़ी कंज्यूमर की डिमांड के उपर जरूर पैंदा है। अगर किसी चीज़ का फैशन वगैरह ज़्यादा हो जाता है तो उसकी डिमांड भी ज़्यादा हो जाती है, अगर फैशन घट हो जाता डिमांड भी घट हो जाती है। फिफ्थ आ जाता है एक्सपैक्टेशंस। सो कहते चेंज इन कंज्यूमर एक्सपैक्टेशंस अबाउट सच थिंग्स एज प्रोडक्ट प्राइस, प्रोडक्ट अवेलेबिलिटी एंड फ्यूचर इनकम इज़ अनदर डिटरमिनेंट ऑफ डिमांड। कहते अपने कोल की है एक्सपैक्टेशंस भी ने, जिमें किसी प्रोडक्ट की प्राइस है ਜਾਂ उस प्रोडक्ट की अवेलेबिलिटी है फ्यूचर के किमें वो घट होगी या ज़्यादा होगी, ये भी इस चीज़ के काफ़ी ज़्यादा इफैक्ट करते डिमांड से। अगे 6th आ जाता है साइज़ ऑफ पॉपूलेशन। ਹੁਣ साइज़ ऑफ पॉपूलेशन अगर इनक्रीज़ होगा तो यदा मतलब डिमांड भी इनक्रीज़ होगी, साइज़ ऑफ पॉपूलेशन डिक्रीज़ हो जाता है तो डिमांड भी डिक्रीज़ हो जाती है। अगे लास्ट आ जाता तुहाडे कोले डिस्ट्रीब्यूशन ऑफ इनकम। ਹੁਣ ਇਹਦੇ ਵਿੱਚ ਕੀ ਕਹਿੰਦੇ मार्केट डिमांड इज़ इन्फ्लुएंस्ड बाय डिस्ट्रीब्यूशन ऑफ इनकम इन दी सोसाइटी। इफ कहते देयर इज़ अनइक्वल डिस्ट्रीब्यूशन ऑफ इनकम लाइक जिवें रिच पीपल ने ਜਿਹੜੇ ਉਹ ਜ਼ਿਆਦਾ ਨੇ ਔਰ ਪੂਅਰ ਘੱਟ ਨੇ, ਇਹਦਾ मतलब ਕੀ ਹੈ लग्जरी गुड्स ने जो जिमें LED TV है, ऑटोमैटिक वॉशिंग मशीन वगैरह इस टाइप दियाँ जो गुड्स ने वो ज़्यादा परचेज़ करनी, उन्हें डिमांड है ज़्यादा होगी। सो ये उल्ट भी आप कह सकते हैं, कहते इफ दी इनकम इज़ इवेंटली डिस्ट्रीब्यूट, अगर बराबर डिवाइड की हुई है तो अपने को होगा लैस डिमांड फॉर लग्जरी गुड्स की डिमांड घट होगी और नसैसरी गुड्स की जी डिमांड है वो ज़्यादा होगी। ठीक है राजे, ये सीगे तुहाडे कोले डिटरमिनेंट्स ऑफ डिमांड जो कि कंप्लीट हो गए ने। थैंक यू बेटा।